ਸਤਿ ਸ਼੍ਰੀ ਅਕਾਲ ਜੀ, मैं ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਸੋਸ਼ਲ ਮੀਡੀਆ ਦੇ ਜ਼ਰੀਏ ਲੈਂਡਮਾਰਕ ਇਮੀਗ੍ਰੇਸ਼ਨ ਹਰ ਰੋਜ਼ ਤੁਹਾਡੇ ਲਈ ਕੋਈ ਨਾ ਕੋਈ ਵੀਡੀਓਜ਼ ਲੈ ਕੇ ਆਉਂਦਾ ਹੈ, ਕੋਈ ਨਾ ਕੋਈ ਅਪਡੇਟ ਹੁੰਦਾ ਹੈ। ਸੋ ਅੱਜ ਇਸ ਵੀਡੀਓ ਬਣਾਉਣ ਦਾ ਮਕਸਦ ਉਹ ਸਾਰੇ ਯੂਕੇ ਜਾਣ ਵਾਲੇ ਸਟੂਡੈਂਟਸ ਦੇ ਲਈ ਹੈ ਜਿਹੜੇ ਯੂਕੇ ਜਾ ਕੇ ਆਪਣਾ ਸਟੱਡੀਜ਼ ਨੂੰ ਕੰਟੀਨਿਊ ਕਰਨਾ ਚਾਹੁੰਦੇ ਨੇ, ਅੱਗੇ ਪੜ੍ਹਨਾ ਚਾਹੁੰਦੇ ਨੇ ਹਾਇਰ ਸਟੱਡੀਜ਼ ਲਈ ਔਰ ਯੂਕੇ ਦੇ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ। ਬਟ ਕਿਤੇ ਨਾ ਕਿਤੇ ਜਦੋਂ ਯੂਕੇ ਦੀ ਗੱਲ ਚੱਲਦੀ ਹੈ ਤੇ ਵਿੱਚ ਆ ਕੇ ਇੱਕ ਇੰਟਰਵਿਊ ਨਾਮ ਦੀ ਜਿਹੜਾ ਵਰਡ ਹੈ ਉਹ ਵਿੱਚ ਆਉਂਦਾ ਤੇ ਜਿਹਦੇ ਕਰਕੇ ਕਈ ਸਟੂਡੈਂਟ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਨੇ, ਡਰ ਜਾਂਦੇ ਨੇ ਕਿ ਇੰਟਰਵਿਊ ਦੇ ਵਿੱਚ ਕੀ ਹੋਊਗਾ। ਉਹਦੀ ਹੀ ਕਲੈਰਿਟੀ ਲੈ ਕੇ ਮੈਂ ਅੱਜ ਤੁਹਾਡੇ ਸਾਹਮਣੇ ਇਸ ਮੰਚ ਦੇ ਜ਼ਰੀਏ ਤੁਹਾਡੇ ਸਾਹਮਣੇ 25 ਪੁਆਇੰਟਸ ਰੱਖਾਂਗਾ। 25 ਪੁਆਇੰਟਸ ਨੇ ਜਿਹਦੇ ਤੇ ਇੰਟਰਵਿਊ ਦੇ ਵਿੱਚ ਤੁਹਾਡੇ ਤੋਂ ਕੁਐਸਚਨਿੰਗ ਹੋ ਸਕਦੀ ਹੈ। ਜੇ ਤੁਸੀਂ ਇਹ 25 ਪੁਆਇੰਟਸ ਦੇ ਉੱਤੇ 25 ਪੁਆਇੰਟਸ ਦੇ ਉੱਤੇ ਪੂਰੀ ਆਪਣੀ ਤਿਆਰੀ ਕਰ ਲੈਂਦੇ ਹੋ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਯੂਕੇ ਦੇ ਵਿੱਚ ਤੁਹਾਨੂੰ ਜਾਣ ਤੋਂ ਰੋਕ ਸਕਦਾ ਹੈ। ਫਿਰ ਚਾਹੇ ਕਿਹੜੀ ਮਰਜ਼ੀ ਯੂਨੀਵਰਸਿਟੀ ਹੋਵੇ, ਚਾਹੇ ਹਾਈ ਕਮਿਸ਼ਨ ਦੀ ਇੰਟਰਵਿਊ ਹੋਵੇ, ਜੇ ਤੁਸੀਂ ਇਹ 25 ਪੁਆਇੰਟਸ ਨੋਟ ਡਾਊਨ ਕਰ ਲੈਂਦੇ ਹੋ ਤੇ ਆਮ ਸ਼ੋਰ ਇਹਨਾਂ 25 ਪੁਆਇੰਟਸ ਦੀ ਬਦੌਲਤ ਤੁਸੀਂ ਆਪਣਾ ਕੈਸ਼ ਲੈਟਰ ਲੈ ਪਾਓਗੇ, ਵੀਜ਼ਾ ਲੈ ਪਾਓਗੇ ਔਰ ਹਰ ਚੀਜ਼ ਸੌਖੇ ਢੰਗ ਨਾਲ ਜਾ ਪਾਓਗੇ। ਲੈਂਡਮਾਰਕ ਇਮੀਗ੍ਰੇਸ਼ਨ ਇਸੇ ਤਰ੍ਹਾਂ ਫਰਦਰ ਵੀ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦਾ ਰਹੇਗਾ ਜਿਹਦੇ ਵਿੱਚ ਤੁਹਾਡੇ ਲਈ ਇੰਪੋਰਟੈਂਟ ਵੀਡੀਓਜ਼ ਹੋਣਗੀਆਂ। ਇਸੇ ਲਈ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਤੇ ਵੀ ਕਲਿੱਕ ਕਰੋ ਤਾਂ ਕਿ ਆਉਣ ਵਾਲੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਜਿਹੜੀਆਂ ਕਿ ਮੈਂ ਅੱਗੇ ਫਿਊਚਰ ਦੇ ਵਿੱਚ ਲੈ ਕੇ ਆਉਣ ਵਾਲਾ ਉਹ ਵੀ ਤੁਹਾਡੇ ਤੱਕ ਪਹੁੰਚਦੀ ਰਹਿਣ। ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਪੁਆਇੰਟ ਨੰਬਰ 1। 25 ਪੁਆਇੰਟਸ ਹੈ, ਰਾਈਟ ਡਾਊਨ ਕਰ ਸਕਦੇ ਹੋ ਕਿਉਂਕਿ ਇੱਕ ਵੀ ਮਿਸ ਨਹੀਂ ਹੋਣਾ ਚਾਹੀਦਾ। ਬਹੁਤ ਇੰਪੋਰਟੈਂਟ ਸੈਸ਼ਨ ਹੈ। ਜੇ ਮਿਸ ਹੋ ਗਿਆ ਤੁਸੀਂ ਇਹ ਸੈਸ਼ਨ ਨੂੰ ਦੁਬਾਰਾ ਤੋਂ ਸੁਣ ਸਕਦੇ ਹੋ, ਰਿਵਾਈਂਡ ਕਰਕੇ ਸੁਣ ਸਕਦੇ ਹੋ। ਜੇ ਤੁਹਾਨੂੰ ਕਿਤੇ ਵੀ ਕੋਈ ਡਾਊਟ ਹੈ ਫਿਰ ਵੀ ਅਗਰ ਪੂਰਾ ਸੈਸ਼ਨ ਸੁਣਨ ਤੋਂ ਬਾਅਦ ਵੀ ਕੋਈ ਡਾਊਟ ਰਹਿ ਜਾਂਦਾ ਤਾਂ ਤੁਸੀਂ ਸਾਨੂੰ 90413 90412 ਤੇ ਕਾਲ ਕਰ ਸਕਦੇ ਹੋ ਜਾਂ ਇਸੇ ਨੰਬਰ ਦੇ ਉੱਤੇ WhatsApp ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਈਮੇਲ ਦੇ ਜ਼ਰੀਏ ਵੀ ਕੰਟੈਕਟ ਕਰ ਸਕਦੇ ਹੋ ਕਿਉਂਕਿ ਅਸੀਂ ਤੁਹਾਡੇ ਸਵਾਲ ਦਾ ਦੇਵਾਂਗੇ ਜਵਾਬ। ਤੁਸੀਂ ਚਾਹੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਅਪਲਾਈਡ ਹੋ ਜਾਂ ਕਿਤੋਂ ਵੀ, ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਤੁਹਾਨੂੰ ਤਿਆਰੀ ਕਰਾਵਾਂਗੇ ਪੂਰੀ ਕਿ ਤੁਹਾਡਾ ਯੂਕੇ ਦਾ ਵੀਜ਼ਾ ਰਿਫਿਊਜ਼ ਨਾ ਹੋ ਸਕੇ। ਸੋ ਸਭ ਤੋਂ ਪਹਿਲਾਂ ਚੱਲਦੇ ਹਾਂ ਜੀ, ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਜਦੋਂ ਅਪਲਾਈ ਕਰਦੇ ਹਾਂ ਹਮੇਸ਼ਾ ਅਸੀਂ ਆਫਰ ਲੈਟਰ ਲਈ ਅਪਲਾਈ ਕਰਦੇ ਹਾਂ। ਸਾਡੇ ਕੋਲ ਆਫਰ ਲੈਟਰ ਆਉਂਦੀ ਹੈ, ਉਸ ਆਫਰ ਲੈਟਰ ਦੇ ਸਦਕਾ ਹੀ ਅਸੀਂ ਅੱਗੇ ਵਧਦੇ ਹਾਂ। ਬਹੁਤ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਤੁਹਾਡੀ ਆਫਰ ਲੈਟਰ ਦੇ ਵਿੱਚ ਲੁਕੇ ਹੁੰਦੇ ਆ। ਸੋ ਸਭ ਤੋਂ ਪਹਿਲਾਂ ਮੇਰੀ ਗੁਜ਼ਾਰਿਸ਼ ਰਹੇਗੀ ਜੇ ਤੁਹਾਡੀ ਕੋਈ ਵੀ ਆਫਰ ਲੈਟਰ ਆਉਂਦੀ ਹੈ ਤੁਸੀਂ ਉਹਨੂੰ ਪਲੀਜ਼ ਇੱਕਦਮ ਪੜ੍ਹੋ, ਉਹਨੂੰ ਪਹਿਲੇ ਅਕਸ਼ਰ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਪੜ੍ਹੋ ਤਾਂ ਕਿ ਤੁਹਾਡੇ ਮਾਈਂਡ ਦੇ ਵਿੱਚ ਕਲੈਰਿਟੀ ਹੋਵੇ, ਤੁਹਾਨੂੰ ਸਭ ਪਤਾ ਹੋਵੇ ਆਫਰ ਲੈਟਰ 'ਚ ਕੀ ਲਿਖਿਆ ਹੋਵੇ, ਟਰਾਂਸਪੇਰੈਂਟ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੱਲ ਤੁਹਾਡੇ ਅਗੇਂਸਟ ਹੈ ਉਹ ਤੁਸੀਂ ਦੇਖ ਸਕੋ ਜਾਂ ਕੋਈ ਫੇਵਰ ਦੇ ਵਿੱਚ ਆ ਉਹਨੂੰ ਯਾਦ ਰੱਖ ਸਕੋ। ਜੇ ਕੋਈ ਕਲੈਰੀਕਲ ਮਿਸਟੇਕ ਹੋ ਗਈ ਹੈ ਤੇ ਉਹਨੂੰ ਠੀਕ ਕਰਾ ਸਕੋ। ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਆਫਰ ਲੈਟਰ ਦੇ ਵਿੱਚ ਰਿਗਾਰਡਿੰਗ ਆਫਰ ਲੈਟਰ ਹੀ ਹੈ, ਬਹੁਤ ਇੰਪੋਰਟੈਂਟ ਕੁਐਸਚਨਸ ਹੈ। ਤਾਂ ਮੈਂ ਸਭ ਤੋਂ ਪਹਿਲਾਂ ਇਹ ਕਹੂੰਗਾ ਜਦੋਂ ਵੀ ਤੁਸੀਂ ਇੰਟਰਵਿਊ ਵੀਡੀਓ ਕਾਲ ਤੇ ਹੋ ਤੇ ਤੁਸੀਂ ਇੱਕ ਫਾਰਮਲ ਡਰੈਸਅਪ 'ਚ ਰਹੋ। ਬਹੁਤ ਇੰਪੋਰਟੈਂਟ ਹੈ ਫਾਰਮਲ ਡਰੈਸਅਪ ਹੋਣਾ ਕਿਉਂਕਿ ਆਪਾਂ ਇੱਕ ਐਜੂਕੇਸ਼ਨ ਲੈਣ ਫੋਰਨ ਜਾਣਾ ਵਾ ਜਿੱਥੇ ਕਿ ਫਾਰਮਲ ਦੇ ਵਿੱਚ ਇੱਕ ਚੰਗਾ ਸਮਝਿਆ ਜਾਂਦਾ ਤਾਂ ਬੈਸਟ ਇੰਪ੍ਰੈਸ਼ਨ ਜਿਹੜਾ ਇੱਕ ਤੁਹਾਡਾ ਕੌਨਫੀਡੈਂਸ ਲੈਵਲ ਹੈ ਉਹ ਬਿਲਟ ਅਪ ਹੁੰਦਾ ਵਾ। ਸੋ ਤੁਸੀਂ ਫਾਰਮਲ ਡਰੈਸ ਦੇ ਵਿੱਚ ਜ਼ਰੂਰ ਰਹੋ ਸੋ ਦੈਟ ਤੁਹਾਡਾ ਕੌਨਫੀਡੈਂਸ ਬਿਲਟ ਅਪ ਰਹੇ ਔਰ ਤੁਸੀਂ ਸਹੀ ਤਰ੍ਹਾਂ ਆਨਸਰ ਕਰ ਪਾਓ। ਸੋ ਨੈਕਸਟ, ਤੁਸੀਂ ਅਗਰ ਬਾਈ ਚਾਂਸ ਤੁਹਾਨੂੰ ਕਿਤੇ ਕਾਲ ਆ ਜਾਂਦਾ ਹੈ, ਤੁਸੀਂ ਔਨ ਦਾ ਵੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਹਾਲੇ ਦਿਸ ਇਜ਼ ਨਾਟ ਅ ਰਾਈਟ ਟਾਈਮ, ਤੁਸੀਂ ਨੈਟਵਰਕ ਦੀ ਕਮੀ ਹੈ, ਸਟ੍ਰੇਟ ਫਾਰਵਰਡ ਤੁਸੀਂ ਇਹੀ ਕਹਿਣਾ ਕਿ ਆਈ ਐਮ ਜਸਟ ਔਨ ਦਾ ਵੇ, ਕਿ ਮੈਂ ਕਿਤੇ ਸਾਇਲੈਂਸ ਪਲੇਸ ਦੇ ਉੱਤੇ ਜਾ ਕੇ ਗੱਲ ਕਰਦਾ ਬਿਕੋਜ਼ ਇੱਥੇ ਇੰਟਰਪਸ਼ਨ ਬਹੁਤ ਆ। ਮਤਲਬ ਤੁਸੀਂ ਬੀ ਜੈਨੂਇਨ, ਰਾਈਟ। ਔਰ ਅਗਰ ਤੁਹਾਨੂੰ ਕੋਈ ਲੱਗਦਾ ਕਿ ਇਦਾਂ ਦੀ ਚੀਜ਼ ਹੈ ਤਾਂ ਤੁਸੀਂ ਟਾਈਮ ਲੈ ਸਕਦੇ ਹੋ, ਕੋਈ ਬੜੀ ਗੱਲ ਨਹੀਂ ਹੈ। ਬਟ ਮੇਕ ਸ਼ੋਰ ਜੇ ਤੁਹਾਡੇ ਕੋਲ ਪਹਿਲਾਂ ਹੀ ਇਨਫੋਰਮੇਸ਼ਨ ਹੈਗੀ ਹੈ ਕਿ ਇਸ ਟਾਈਮ ਦੇ ਉੱਤੇ, ਇਸ ਡੇਟ ਨੂੰ, ਇਸ ਦਿਨ ਦੇ ਵਿੱਚ ਤੁਹਾਡੀ ਇੰਟਰਵਿਊ ਹੋਣੀ ਹੈ ਤਾਂ ਮੇਕ ਸ਼ੋਰ ਤੁਸੀਂ ਇੱਕ ਸੇਫ ਪਲੇਸ ਤੇ, ਸਾਇਲੈਂਸ ਪਲੇਸ ਦੇ ਉੱਤੇ, ਨੈਟਵਰਕ ਜਿੱਥੇ ਪੂਰਾ ਹੋਵੇ ਔਰ ਤੁਸੀਂ ਉੱਥੇ ਹੀ ਬੈਠੋ ਤਾਂ ਕਿ ਤੁਹਾਡੀ ਜਿਹੜੀ ਇੰਟਰਵਿਊ ਪ੍ਰੋਪਰਲੀ ਲੰਘ ਸਕੇ, ਹੋ ਸਕੇ ਔਰ ਕਲੀਅਰ ਕਰ ਪਾਓ ਤੁਸੀਂ ਇੰਟਰਵਿਊ ਕਰਕੇ। ਸਭ ਤੋਂ ਪਹਿਲਾਂ ਚੀਜ਼ ਆਉਂਦੀ ਹੈ ਯੂਨੀਵਰਸਿਟੀ ਨੇਮ। ਤਾਂ ਤੁਹਾਨੂੰ ਪੁੱਛ ਸਕਦਾ ਹੈ ਕੁਐਸਚਨ ਕਿ ਤੁਹਾਡੀ ਯੂਨੀਵਰਸਿਟੀ ਔਰ ਕਾਲਜ ਦਾ ਨੇਮ ਕੀ ਹੈ। ਬਹੁਤ ਇੰਪੋਰਟੈਂਟ ਹੈ ਯੂਨੀਵਰਸਿਟੀ ਕਾਲਜ ਦਾ ਨੇਮ, ਉਹਦੀ ਲੋਕੇਸ਼ਨ ਕੀ ਹੈ, ਉਹਦੀ ਵੈਬਸਾਈਟ ਕੀ ਹੈ, ਈਮੇਲ ਐਡਰੈਸ ਕੀ ਹੈਗਾ। ਇਹ ਸਾਰੀਆਂ ਚੀਜ਼ਾਂ ਤੁਹਾਡੇ ਵਿੱਚ ਆ ਜਾਣਗੀਆਂ। ਵਿਚ ਕੈਂਪਸ, ਕਿਉਂਕਿ ਇੱਕ ਯੂਨੀਵਰਸਿਟੀ ਦੇ 2-2 3-3 ਜਾਂ 8-8 10-10 ਕੈਂਪਸਿਸ ਵੀ ਹੈਗੇ ਨੇ।
ਸੋ ਤੁਹਾਨੂੰ ਇਹ ਮੇਕ ਸ਼ੋਰ ਹੋਣਾ ਚਾਹੀਦਾ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਜਾਣੋ। ਤੁਹਾਡੀ ਯੂਨੀਵਰਸਿਟੀ ਦਾ ਨਾਮ ਤੁਹਾਡੇ ਆਫਰ ਲੈਟਰ ਦੇ ਉੱਤੇ ਹੈ, ਤੁਹਾਡੇ ਕੈਂਪਸ ਦਾ ਨਾਮ ਤੁਹਾਡੇ ਆਫਰ ਲੈਟਰ ਤੇ ਹੈ, ਤੁਹਾਡੀ ਲੋਕੇਸ਼ਨ ਯੂਨੀਵਰਸਿਟੀ ਦੀ ਕਿੱਥੇ ਕਿੱਥੇ ਹੈਗੀ ਉਹ ਵੀ ਤੁਹਾਡੇ ਆਫਰ ਲੈਟਰ ਤੇ, ਵੈਬਸਾਈਟ ਦਾ ਐਡਰੈਸ ਤੁਹਾਡੀ ਆਫਰ ਲੈਟਰ ਤੇ ਹੈ। ਸੋ ਮੇਰਾ ਸ਼ੁਰੂ ਦਾ ਪੁਆਇੰਟ ਇਹੀ ਸੀ ਕਿ ਤੁਸੀਂ ਆਪਣੇ ਪੁਆਇੰਟਸ ਆਫਰ ਲੈਟਰ ਦੇ ਵਿੱਚ ਪੜ੍ਹ ਲਓ ਕਿ ਤੁਹਾਨੂੰ ਪੂਰੀ ਆਫਰ ਲੈਟਰ ਦੀ ਡਿਟੇਲਡ ਇਨਫੋਰਮੇਸ਼ਨ ਹੈਗੀ ਹੈ, ਤੁਸੀਂ ਪੜ੍ਹ ਚੁੱਕੇ ਹੋ। ਸੋ ਨੈਕਸਟ ਆ ਜਾਂਦਾ ਕੋਰਸ ਨੇਮ, ਤੁਹਾਡਾ ਕੋਰਸ ਦਾ ਨਾਮ ਕੀ ਹੈਗਾ। ਸੋ ਕੋਰਸ ਨੇਮ ਇਜ਼ ਵੈਰੀ ਇੰਪੋਰਟੈਂਟ। ਤੁਹਾਨੂੰ ਪਤਾ ਹੀ ਹੁੰਦਾ ਕਿ ਮੈਂ ਕਿਹੜੇ ਪ੍ਰੋਗਰਾਮ, ਫॉर एग्जांपल ਇਫ ਆਈ ਐਮ ਗੋਇੰਗ ਫॉर ਅ ਬਿਜ਼ਨਸ ਐਂਡ ਬੈਚਲਰ in business communication, bachelor in business administration, bachelor in business specialist in marketing, ਤੁਸੀਂ ਕਿਹੜੇ ਪ੍ਰੋਗਰਾਮ ਲਈ ਜਾ ਰਹੇ ਤੁਹਾਡੇ ਆਫਰ ਲੈਟਰ ਦੇ ਉੱਤੇ ਫੁੱਲ ਔਨ ਮੈਂਸ਼ਨ ਹੁੰਦਾ ਹੈ। ਸੋ ਆਪਣੀ ਆਫਰ ਲੈਟਰ ਨੂੰ ਉੱਪਰ ਤੋਂ ਥੱਲੇ ਤੱਕ ਪੜ੍ਹਨਾ ਨਾ ਭੁੱਲੋ ਜੇ ਤੁਸੀਂ ਇੰਟਰਵਿਊ ਆਪਣੀ ਕਲੀਅਰ ਕਰਨਾ ਚਾਹੁੰਦੇ ਹੋ। ਨੈਕਸਟ ਮੇਰੇ ਕੋਲ ਆਪਸ਼ਨਸ ਹੈ, ਮੈਂ ਜਿਹੜੇ ਰਾਈਟ ਡਾਊਨ ਕੀਤੇ ਕੁਐਸਚਨਸ ਤੁਹਾਡੇ ਲਈ। ਕੋਰਸ ਸਟਾਰਟ ਡੇਟ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਕਿ ਕੋਰਸ ਦੀ ਸਟਾਰਟ ਡੇਟ ਕੀ ਹੈ, ਕੋਰਸ ਇਨੀਸ਼ੀਏਸ਼ਨ ਡੇਟ ਕੀ ਹੈਗੀ ਹੈ। So course start date or course ending date, both the dates are really important and I'm sure ਇਹ ਤੁਹਾਡੇ offer letter ਤੇ ਹੁੰਦਾ ਵਾ, ਤਾਂ ਤੁਸੀਂ ਉਹਨੂੰ ਜ਼ਰੂਰ ਪੜ੍ਹਨਾ ਹੈ। ਜਿਹੜੀਆਂ ਚੀਜ਼ਾਂ ਮੈਂ ਬੋਲ ਰਿਹਾ ਬਾਈ ਹਾਰਟ ਯਾਦ ਰੱਖਣੀਆਂ ਨੇ, ਤੁਹਾਡੇ ਟਿਪਸ ਤੇ ਹੋਣੀਆਂ ਚਾਹੀਦੀਆਂ ਨੇ। ਜੇ ਤੁਸੀਂ ਇੰਟਰਵਿਊ ਕ੍ਰੈਕ ਕਰਨਾ ਚਾਹੁੰਦੇ ਹੋ, ਕੱਢਣਾ ਚਾਹੁੰਦੇ ਹੋ, ਪਹਿਲੇ ਹੀ ਅਟੈਂਪਟ ਸਭ ਕੁਝ ਕਲੀਅਰ ਕਰਨਾ ਚਾਹੁੰਦੇ ਹੋ, ਇਹ ਸਾਰੀਆਂ ਚੀਜ਼ਾਂ ਧਿਆਨ ਰੱਖਣਾ। ਤੁਹਾਡਾ ਕੋਰਸ ਸਟਾਰਟ, ਕੋਰਸ ਐਂਡ ਡੇਟ ਕੀ ਹੈ, ਤੁਹਾਡੇ ਕੋਰਸ ਦੀ ਡਿਊਰੇਸ਼ਨ ਕੀ ਹੈਗੀ ਹੈ, ਇਹ ਬਹੁਤ ਇੰਪੋਰਟੈਂਟ ਕੁਐਸਚਨਸ ਹੈ। ਅਗਰ ਮੈਨੂੰ ਪਤਾ ਹੀ ਨਹੀਂ ਕਿ ਮੈਂ ਕੀ ਅਪਲਾਈ ਕੀਤਾ, ਕਿਹੜੇ ਕਾਲਜ ਲਈ ਅਪਲਾਈ ਕੀਤਾ, ਕਿਹੜੀ ਯੂਨੀਵਰਸਿਟੀ ਲਈ ਕੀਤਾ, ਕਿਹੜਾ ਪ੍ਰੋਗਰਾਮ ਹੈ, ਉਹਦੀ ਡਿਊਰੇਸ਼ਨ ਕੀ ਹੈ, ਤੁਸੀਂ ਟਰਬਲ ਦੇ ਵਿੱਚ ਆ ਸਕਦੇ ਹੋ। ਸੋ ਕੋਰਸ ਦੀ ਡਿਊਰੇਸ਼ਨ, ਸਟਾਰਟ ਡੇਟ, ਐਂਡ ਡੇਟ ਐਂਡ ਦ ਡਿਊਰੇਸ਼ਨ ਆਫ ਦ ਕੋਰਸ, that is really playing an important role during the interview. ਸੋ ਨੈਕਸਟ ਹੈ ਜੀ ਮੇਰੇ ਕੋਲ ਕਿ ਤੁਹਾਡਾ ਕੋਰਸ ਕਿਸ ਤਰ੍ਹਾਂ ਹੈਗਾ, ਮਤਲਬ ਤੁਹਾਡੇ ਕੰਟੈਂਟ ਕੀ ਹੈਗੇ ਨੇ ਕੋਰਸਿਸ ਦੇ। ਸੋ ਮੈਂ ਬਹੁਤ ਸਾਰੇ ਕੁਐਸਚਨਸ ਰਾਈਟ ਡਾਊਨ ਕੀਤੇ ਹੈ, ਜਿਹਦੇ ਵਿੱਚ ਮੈਂ ਬਿਲਕੁਲ ਤੁਹਾਨੂੰ ਚਾਹੁੰਦਾ ਸੀਗਾ ਕਿ ਜੇ ਤੁਸੀਂ ਕੋਈ ਵੀ ਕੁਐਸਚਨ ਹੈ ਤੁਸੀਂ ਨੋਟ ਡਾਊਨ ਨਾਲ ਕਰਦੇ ਰਹਿਣਾ, ਕਿਉਂਕਿ ਇਹ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਰਿਹਾ ਤੁਹਾਡਾ ਸਾਰਾ। ਸੋ ਡਿਊਰੇਸ਼ਨ ਕਲੀਅਰ ਹੋ ਗਿਆ ਤੁਹਾਨੂੰ। ਸੋ ਦ ਨੈਕਸਟ ਕੁਐਸਚਨ ਆ ਸਕਦਾ, ਵਾਟ ਇਜ਼ ਦ ਫੀ ਸਟਰਕਚਰ ਆਫ ਯੂਰ ਕੋਰਸ। तो फी स्ट्रक्चर ਤੁਸੀਂ ਬਹੁਤ ਪ੍ਰੋਪਰ ਐਲੈਬੋਰੇਟ ਕਰਨਾ ਹੈ। ਈਅਰਲੀ ਔਰ ਫੁੱਲ ਈਅਰ ਪ੍ਰੋਗਰਾਮ ਦਾ ਕੋਰਸ ਸਟਰਕਚਰ ਤੁਸੀਂ ਜ਼ਰੂਰ ਦੱਸਣਾ ਹੈ। ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹ ਇੰਪੋਰਟੈਂਸ ਤਾਂ ਰੱਖਦਾ ਕਿਉਂਕਿ ਅੱਗੇ ਆਉਣ ਵਾਲੇ ਕੁਐਸਚਨ ਆ ਜਿਹੜੇ ਇਹਦੇ ਰਿਲੇਟਡ ਹੋ ਸਕਦੇ ਨੇ। ਸੋ ਇਸ ਕਰਕੇ ਕੋਰਸ ਦਾ ਫੀ ਸਟਰਕਚਰ ਈਅਰਲੀ ਔਰ ਤੁਸੀਂ ਆਪਣਾ ਪੂਰੇ ਕੰਬਾਈਨਡ ਪ੍ਰੋਗਰਾਮ ਦਾ ਇਹ ਤੁਸੀਂ ਜ਼ਰੂਰ ਦੱਸਣਾ ਹੈ ਔਰ ਪਾਊਂਡਸ ਵਿੱਚ ਦੱਸਣਾ ਹੈ और इंडियन करंसी भी दस सकते, बट पाउंड्स दसोगे तो ज़्यादा बैटर है। तुसी अपनी जी ऑफर लैटर जो ध्यान ना पढ़ोगे ये सारिया चीज़ां तुहाडे सामने आ जांदियां ने। नैक्सट कि तुसी किन्नियां इंस्टॉलमेंट्स, हाउ मेनी इंस्टॉलमेंट्स यू आर गोइंग टू पे फॉर योर ट्यूशन फीस। हुण इंस्टॉलमेंट्स की आंदियां ने, सपोज तुहाडा 3 साल का प्रोग्राम है और तुसी समैस्टर वाइज पे करन जा रहे हो तो 6 इंस्टॉलमेंट्स आर देयर। इनीशियल डिपॉजिट की है तुहाडा, ਹੁਣ ਤੁਹਾਡੇ ਸਾਹਮਣੇ ਕਈ ਯੂਨੀਵਰਸਿਟੀਜ਼ ਤੁਹਾਡੇ ਤੋਂ ਸਿਰਫ 2000 ਪਾਉਂਡ ਲੈਂਦੀਆਂ, 3000 ਲੈਂਦਾ, ਕੋਈ ਪੂਰੀ ਸਾਲ ਦੀ ਫੀਸ ਚਾਰਜ ਕਰਦਾ ਹੈ। ਉਸ ਤੋਂ ਤੁਹਾਨੂੰ ਹੋਣਾ ਚਾਹੀਦਾ ਕਿ ਤੁਸੀਂ ਇਨੀਸ਼ੀਅਲ ਪੇਮੈਂਟ ਕਿੰਨੀ ਡਿਪੋਜ਼ਿਟ ਕੀਤੀ ਹੈ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਉਹਦੀ ਡੇਟ ਹੋਣੀ ਚਾਹੀਦੀ ਹੈ, ਕਿਹੜੀ ਡੇਟ ਨੂੰ ਤੁਸੀਂ ਉਹ ਪੇਮੈਂਟ ਪੇ ਕੀਤੀ ਹੈਗੀ ਹੈ, ਉਸ ਤੋਂ ਬਾਅਦ ਕੀ ਪ੍ਰੋਸੈਸ ਚੱਲਿਆ। ਸੋ ਇਹ ਸਾਰੀਆਂ ਚੀਜ਼ਾਂ ਕਿਹੜੇ ਬੈਂਕ ਦੇ ਥਰੂ ਕੀਤੀ ਹੈ ਇਹ ਤੁਹਾਨੂੰ ਸਾਰੀ ਨੌਲੇਜ ਹੋਣੀ ਚਾਹੀਦੀ, ਤੁਹਾਡੇ ਟਿਪਸ ਤੇ ਹੋਣੀਆਂ ਚਾਹੀਦੀਆਂ ਚੀਜ਼ਾਂ ਤਾਂ ਕਿ ਤੁਹਾਨੂੰ ਡਿਊਰਿੰਗ ਹੋਲ ਦਾ ਇੰਟਰਵਿਊ ਤੁਹਾਡਾ ਕੌਨਫੀਡੈਂਸ ਬਿਲਡ ਰਵੇ ਔਰ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਸ ਤਰ੍ਹਾਂ ਆਨਸਰ ਕਰ ਰਹੇ ਹੋ। ਸੋ ਨੈਕਸਟ ਕੁਐਸਚਨਸ ਹੈ ਜੀ, what is the course content, what is your course content। it's a very important question ਕਿਉਂਕਿ ਤੁਸੀਂ ਪੜ੍ਹਨ ਜਾ ਰਹੇ ਹੋ ਔਰ ਪੜ੍ਹਨਾ ਹੈ ਆਪਾਂ ਅੱਗੇ ਕਰੀਅਰ ਆਪਸ਼ਨਸ ਦੇ ਲਈ। ਤਾਂ ਤੁਹਾਡੇ ਕੋਰਸ ਕੰਟੈਂਟ ਕੀ ਹੈ ਜਿਹਦੇ ਲਈ ਤੁਸੀਂ ਵੈਬਸਾਈਟ ਦੇ ਉੱਤੇ ਜਾਣਾ ਹੈ ਔਰ ਇੰਟਰਵਿਊ ਤੋਂ ਪਹਿਲਾਂ ਆਪਣੀ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਜਾ ਕੇ ਆਪਣੇ ਪ੍ਰੋਗਰਾਮ ਦੇ ਉੱਤੇ ਕਲਿੱਕ ਕਰਕੇ ਉਹਨੂੰ ਰਿਸਰਚ ਕਰਕੇ ਉਹਦੇ ਬਾਰੇ ਉਹਦੇ ਕੰਟੈਂਟਸ ਕੱਢਣੇ ਨੇ ਕਿ ਕਿਹੜੇ ਕੰਟੈਂਟਸ ਹੈਗੇ ਨੇ ਉਹਦੇ ਵਿੱਚ, ਸੋ ਦੈਟ ਕਿ ਤੁਸੀਂ ਈਜ਼ੀਲੀ ਆਨਸਰ ਕਰ ਪਾਓ ਕਿ ਤੁਹਾਡਾ ਜਿਹੜਾ ਕੋਰਸ ਹੈ ਉਹਦੇ ਕੰਟੈਂਟਸ ਕੀ ਨੇ। ਜੇ ਤੁਹਾਨੂੰ ਇਹਦੇ 'ਚ ਕਿਤੇ ਵੀ ਹੈਲਪ ਦੀ ਲੋੜ ਹੈ, ਲੈਂਡਮਾਰਕ ਇਮੀਗ੍ਰੇਸ਼ਨ ਤੁਹਾਡੀ ਪੁਰਜੋਰ ਮਦਦ ਕਰਨ ਲਈ ਤਿਆਰ ਹੈ। ਸੋ ਕੰਟੈਂਟ, ਕੋਰਸ ਕੰਟੈਂਟਸ ਕੀ ਨੇ ਇਹ ਤੁਸੀਂ ਬਹੁਤ ਬਿਲਕੁਲ ਵੈਬਸਾਈਟ ਦੇ ਉੱਤੇ। ਨੈਕਸਟ ਪੁਆਇੰਟਸ ਮੈਂ ਜਿਹੜੇ ਨੋਟ ਡਾਊਨ ਕੀਤੇ ਹੈ, ਮੈਂ ਕਿਉਂਕਿ ਇੰਟਰਵਿਊ ਮੈਂ ਸੈਸ਼ਨ ਬਣਾ ਰਿਹਾ ਕਿਉਂਕਿ ਬਹੁਤ ਸਾਰੇ ਬੱਚੇ ਇੰਟਰਵਿਊ ਦੀ ਤਿਆਰੀ ਕਰਨ ਲੈਂਡਮਾਰਕ ਇਮੀਗ੍ਰੇਸ਼ਨ ਦੇ ਵਿੱਚ ਆ ਰਹੇ ਨੇ ਜਿਨ੍ਹਾਂ ਨੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਅਪਲਾਈ ਕੀਤਾ। ਮੈਂ ਇਸ ਲਈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸ ਰਿਹਾ ਕਿਉਂਕਿ ਜੋ ਮੈਂ ਆਪਣੇ ਸਟੂਡੈਂਟ ਨੂੰ ਦੱਸ ਰਿਹਾ, ਜਿਹੜੇ ਅਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਪਲੇਟਫਾਰਮ ਤੇ ਫੋਲੋ ਕਰ ਰਹੇ ਜਿਹੜੀ ਚੀਜ਼, ਉਹ ਅਸੀਂ ਤੁਹਾਡੇ
ਸਾਰੇ ਸਟੂਡੈਂਟਸ ਨਾਲ ਵੀ ਸਾਂਝੀ ਕਰੀਏ। ਅਗਰ ਕਿਸੇ ਵੀ ਸਟੂਡੈਂਟ ਦਾ ਇਹਨਾਂ ਨਾਲ ਫਾਇਦਾ ਹੋ ਸਕਦਾ ਹੈ ਸੋ ਉਸ ਤੋਂ ਵਧੀਆ ਗੱਲ ਕੋਈ ਨਹੀਂ ਹੋ ਸਕਦੀ। ਇਸ ਤੋਂ ਗੱਲ ਆ ਜਾਂਦੀ ਹੈ ਕਿ ਤੁਹਾਡੀ ਪ੍ਰੀਵੀਅਸ ਸਟੱਡੀਜ਼ ਕੀ ਹੈਗੀਆਂ ਨੇ, ਤੁਸੀਂ ਇਸ ਤੋਂ ਪਹਿਲਾਂ ਕੀ ਕੀਤਾ ਹੈ, ਤੁਹਾਡੀ ਸਪੈਸ਼ਲਾਈਜੇਸ਼ਨ ਕੀ ਹੈ। ਅਗਰ ਤੁਸੀਂ 10+2 ਹੋ, ਤੁਹਾਡੇ 3 ਕੋਰ ਸਬਜੈਕਟ ਕਿਹੜੇ ਨੇ, ਤੁਸੀਂ ਉਹ ਕਿਉਂ ਚੁਣੇ ਸੀਗੇ, ਉਹਦੇ 'ਚ ਤੁਹਾਡਾ ਕਿੱਦਾਂ ਇੰਟਰਸਟ ਆ, ਇਹ ਸਾਰੀਆਂ ਚੀਜ਼ਾਂ ਤੁਸੀਂ ਬਿਲਕੁਲ ਇਲੈਬੋਰੇਟ ਕਰਨੀਆਂ ਨੇ ਕਿ ਤੁਹਾਡੇ 3 ਸਬਜੈਕਟ ਜਿਹੜੇ ਤੁਸੀਂ ਜਾਂ ਗ੍ਰੈਜੂਏਟ ਹੋ, ਤੁਸੀਂ ਗ੍ਰੈਜੂਏਸ਼ਨ ਕਾਹਦੇ 'ਚ ਕੀਤੀ ਹੈ, ਤੁਸੀਂ ਮਾਸਟਰਸ ਲਈ ਜਾ ਰਹੇ ਹੋ, ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਕੀ ਹੈਗੀ ਹੈ, ਤੁਸੀਂ ਇਹਦਾ ਬਿਲਕੁਲ ਧਿਆਨ ਰੱਖਣਾ ਹੈ। ਪ੍ਰੀਵੀਅਸ ਐਜੂਕੇਸ਼ਨ ਦਾ ਉਹਦੇ 'ਚ ਕੋਈ ਵੀ ਤੁਹਾਨੂੰ ਡਾਊਟ ਨਹੀਂ ਹੋਣਾ ਚਾਹੀਦਾ, ਬੜੇ ਫਲੂਐਂਟਲੀ ਤੁਸੀਂ ਇਹ ਬੋਲਣਾ ਹੈ ਕਿ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਕੀ ਹੈਗੀ ਹੈ। ਸੋ ਸਬਜੈਕਟਸ ਬਹੁਤ ਇੰਪੋਰਟੈਂਟ ਹੈ, ਮੈਂ ਬਿਲਕੁਲ ਰਾਈਟ ਡਾਊਨ ਕੀਤਾ ਸੀ ਕਿ ਸਬਜੈਕਟਸ ਦੇ ਉੱਤੇ ਤੁਸੀਂ ਟੌਪਿਕ ਦੇ ਉੱਤੇ ਗੱਲ ਕਰਨੀ ਹੈ ਕਿ ਤੁਹਾਡੇ ਸਬਜੈਕਟਸ ਕੀ ਸੀਗੇ। ਸੋ ਇਹ ਚੀਜ਼ ਜ਼ਰੂਰ ਯਾਦ ਰੱਖਣਾ। ਇਸ ਵੀਡੀਓ ਦੇ ਐਂਡ ਤੱਕ ਬਣੇ ਰਹੋ, ਹਲੇ ਬਹੁਤ ਸਾਰੇ ਪੁਆਇੰਟ ਆ ਜਿਹੜੇ ਇਲੈਬੋਰੇਟ ਕਰਨ ਵਾਲਾ ਮੈਂ। ਸੋ ਨੈਕਸਟ ਮੇਰਾ ਜਿਹੜਾ ਅੱਗੇ ਚੱਲ ਰਹੀ ਸੀ ਮੈਂ ਸਟੱਡੀ ਗੈਪ ਦੀ ਗੱਲ ਕਰ ਰਿਹਾ ਹਾਂ। ਸਟੱਡੀ ਗੈਪ ਦੇ ਵਿੱਚ ਲੈ ਕੇ ਬਹੁਤ ਇੰਪੋਰਟੈਂਟ ਰੋਲ ਪਲੇ ਹੈ। ਤੁਸੀਂ ਸਟੱਡੀ ਗੈਪ ਦੇ ਵਿੱਚ ਕੀ ਕੀਤਾ ਹੈ। ਸਪੋਜ਼ ਤੁਸੀਂ ਕੋਈ ਸ਼ਾਰਟ ਟਰਮ ਪ੍ਰੋਗਰਾਮ ਕੀਤਾ ਹੈ, ਤੁਸੀਂ ਕੋਈ ਕੰਪਿਊਟਰ ਦਾ ਜਾਂ ਅਕਾਊਂਟਿੰਗ ਦਾ ਡਿਪਲੋਮਾ ਸ਼ਾਰਟ ਟਰਮ ਕੋਰਸਿਸ ਕੀਤੇ ਹੋਏ ਨੇ, ਮੇਕ ਸ਼ੋਰ ਕਰਨਾ ਕਿ ਉਹ ਡਿਪਲੋਮਾ ਦੇ ਲਈ ਸਾਰੇ ਐਵੀਡੈਂਸ ਤੁਹਾਡੇ ਕੋਲ ਹੋਣ। ਤੁਸੀਂ ਕਿਹੜੇ ਇੰਸਟੀਚਿਊਟ ਤੋਂ ਕੀਤਾ ਹੈ, ਉਹਦਾ ਨਾਮ, ਉਹਦੀ ਲੋਕੇਸ਼ਨ, ਤੁਹਾਡੇ ਸਟੂਡੈਂਟ ਸਟਰੈਂਥ ਕੀ ਸੀਗਾ, ਉਹਦੀ ਡਿਟੇਲ, ਸਟੂਡੈਂਟ ਸਟਰੈਂਥ ਕੀ ਹੈ ਤੁਹਾਡੇ ਇੰਸਟੀਚਿਊਟ ਜਿੱਥੇ ਤੁਸੀਂ ਕੀਤਾ ਹੈ, ਰਾਈਟ, ਤੁਹਾਡੇ ਇੰਸਟ੍ਰਕਟਰ ਦਾ ਨਾਮ ਕੀ ਸੀਗਾ, ਤੁਹਾਡੇ ਕੋਰਸ ਕੰਟੈਂਟ ਕੀ ਸੀ, ਤੁਸੀਂ ਉਹਦੇ 'ਚ ਕੀ ਪੜ੍ਹੇ ਹੋ। ਇਹ ਸਾਰੀਆਂ ਚੀਜ਼ਾਂ ਮੈਂ ਇਸ ਲਈ ਇਲੈਬੋਰੇਟ ਕਰ ਰਿਹਾ, ਰੀਜ਼ਨ ਬੀਇੰਗ ਤੁਹਾਡੇ ਜਵਾਬ ਦੇ ਵਿੱਚੋਂ ਹੀ ਨਵੇਂ ਸਵਾਲ ਨਿਕਲਣੇ ਆ। ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ। ਸੋ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਮੇਕ ਸ਼ੋਰ ਕਰਨਾ ਹੈ ਕਿ ਤੁਸੀਂ ਉਹਦਾ ਧਿਆਨ ਰੱਖੋ ਤਾਂ ਕਿ ਤੁਹਾਨੂੰ ਕੋਈ ਵੀ ਪੂਰੇ ਇੰਟਰਵਿਊ ਦੇ ਵਿੱਚ ਕੋਈ ਟਰਬਲ ਨਾ ਆਵੇ। ਮੇਰਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਹੈ। ਸੋ ਨੈਕਸਟ ਕੁਐਸਚਨ, ਵਾਈ ਡੂ ਯੂ ਵਾਂਟ ਟੂ ਸਟੱਡੀ ਇਨ UK। ਦੇਖੋ ਇੱਕ ਮੇਜਰ ਕੁਐਸਚਨ ਹੈ ਕਿ ਤੁਸੀਂ UK ਦੇ ਵਿੱਚ ਸਟੱਡੀ ਕਿਉਂ ਕਰਨਾ ਚਾਹ ਰਹੇ ਹੋ। ਸਭ ਤੋਂ ਪਹਿਲਾਂ ਤਾਂ ਇੱਕ ਕੁਆਲਿਟੀ ਐਜੂਕੇਸ਼ਨ, ਯੈਸ ਕੁਆਲਿਟੀ ਐਜੂਕੇਸ਼ਨ ਹੈ, ਵਰਲਡ ਵਾਈਡ ਐਕਸੈਪਟੇਬਲ ਹੈ ਆਲ ਓਵਰ ਦਾ ਵਰਲਡ। ਅਗਰ ਤੁਸੀਂ ਉੱਥੋਂ ਪੜ੍ਹਦੇ ਹੋ ਤਾਂ ਤੁਸੀਂ ਕਿਸੇ ਵੀ MNC ਕੰਪਨੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਫॉर ਜੌਬਸ। ਔਰ ਹੋ ਸਕਦਾ ਹੈ ਜਦੋਂ ਅਸੀਂ UK ਦੇ ਵਿੱਚ ਪੜ੍ਹਨ ਜਾਣਾ ਚਾਹੁੰਦੇ ਹੋ ਤਾਂ ਕੁਆਲਿਟੀ ਐਜੂਕੇਸ਼ਨ, ਯੈਸ ਟੌਪ ਮੋਸਟ ਆਨ ਦਾ ਟੌਪ ਰੈਂਕਡ ਯੂਨੀਵਰਸਿਟੀਜ਼ ਆਰ ਦੇਅਰ। ਸੋ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਤੁਹਾਨੂੰ ਪ੍ਰੇਰਿਤ ਕਰਦੀਆਂ ਨੇ ਕਿ ਤੁਸੀਂ UK ਦੇ ਵਿੱਚ ਜਾ ਕੇ ਪੜ੍ਹੋ। ਸੋ ਐਜੂਕੇਸ਼ਨ ਵਾਈਜ਼ ਜਦੋਂ ਤੁਸੀਂ ਸਾਡੇ ਕੋਲ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਅਪਲਾਈਡ ਹੋ, ਅਸੀਂ ਤੁਹਾਨੂੰ ਬਿਲਕੁਲ ਡਿਟੇਲਡ ਇਨਫੋਰਮੇਸ਼ਨ ਹੋਰ ਦੇਵਾਂਗੇ। ਵੀਡੀਓ ਸਮਾਂ ਲਿਮਿਟਡ ਹੁੰਦਾ ਹੈ, ਸੋ ਇਸ ਕਰਕੇ ਇਹ ਕੁਐਸਚਨ ਦੇ ਉੱਤੇ ਵੀ ਤੁਸੀਂ ਆਪਣੀ ਨਜ਼ਰ ਬਣਾ ਕੇ ਰੱਖਣੀ ਹੈ। ਸੋ ਨੈਕਸਟ ਕੁਐਸਚਨ ਇਜ਼ ਵਾਈ ਡੂ ਯੂ ਡੋਂਟ ਲਾਈਕ ਟੂ ਸਟੱਡੀ ਦ ਪ੍ਰੋਗਰਾਮ ਕੋਰਸ ਇਨ ਯੂਰ ਓਨ ਕੰਟਰੀ। ਤੁਸੀਂ ਆਪਣੇ ਕੰਟਰੀ ਦੇ ਵਿੱਚ ਕਿਉਂ ਨਹੀਂ ਕਰਨਾ ਚਾਹੁੰਦੇ। ਸੋ ਇਹਦੇ ਵਿੱਚ ਨਾਰਮਲੀ ਹਰ ਸਟੂਡੈਂਟ ਦੇ ਵਿੱਚ ਸਵਾਲ ਆਏਗਾ ਮਨ ਦੇ ਵਿੱਚ ਕਿ ਮੈਂ ਕਰਨਾ ਤਾਂ ਚਾਹੁੰਦਾ ਬਟ ਇੱਥੇ ਨਹੀਂ, ਬਾਹਰ ਹੀ ਕਰਨਾ ਚਾਹੁੰਦਾ, ਪਰ ਪ੍ਰੋਗਰਾਮ ਵੀ ਅਵੇਲੇਬਲ ਹੈ। ਤੁਸੀਂ ਕਿਸ ਤਰ੍ਹਾਂ ਨੂੰ ਆਨਸਰ ਕਰ ਪਾਓਗੇ। ਮਤਲਬ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਕੋਰਸ ਹੀ ਅਵੇਲੇਬਲ ਨਹੀਂ ਹੈ ਇੱਥੇ ਇੰਡੀਆ 'ਚ, ਬਿਕੋਜ਼ ਐਟ ਦੈਟ ਟਾਈਮ ਸਾਰੇ ਤਰ੍ਹਾਂ ਦੇ ਕੋਰਸਿਸ ਜਿਹੜੇ ਆ ਉਹ ਇੰਡੀਆ ਦੇ ਵਿੱਚ ਅਵੇਲੇਬਲ ਹੈਗੇ ਆ। ਸੋ ਮੈਨੂੰ ਲੱਗਦਾ ਹੈ ਇਹਦਾ ਜਿਹੜਾ ਸਹੀ ਆਨਸਰ ਰਹੇਗਾ ਉਹ ਇਹੀ ਰਹੇਗਾ ਕਿ ਇੰਡੀਆ ਦੇ ਵਿੱਚ ਜਿਹੜੀ ਹੈ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਹੈ ਔਰ ਕੈਟਾਗਰੀ ਸਿਸਟਮ ਵੀ ਹੈਗਾ ਵਾ। ਕਈ ਵਾਰੀ ਹਰ ਇੱਕ ਨੂੰ ਸੀਟ ਟੌਪ ਯੂਨੀਵਰਸਿਟੀਜ਼ 'ਚ ਨਹੀਂ ਮਿਲਦੀਆਂ ਹੈਗੀਆਂ ਕਿਉਂਕਿ ਟੌਪ ਯੂਨੀਵਰਸਿਟੀ ਸੀਟ ਦੀ ਲਿਮਿਟੇਸ਼ਨ ਹੈ। ਇੰਸਟੀਟਿਊਸ਼ਨ ਬਹੁਤ ਸਾਰੇ ਆ ਬਟ ਨਾਟ ਰੈਂਕਡ ਇੰਸਟੀਟਿਊਟ। ਜੈਨਰਿਕਲੀ ਤਾਂ ਬਹੁਤ ਸਾਰੀ ਜਗ੍ਹਾ ਤੇ ਪ੍ਰੋਗਰਾਮ ਮਿਲ ਜਾਏਗਾ ਬਟ ਮੈਂ ਇੱਕ ਕੁਆਲਿਟੀ ਐਜੂਕੇਸ਼ਨ ਲੈਣਾ ਚਾਹੁੰਦਾ ਵਾਂ ਜਿਹਦੇ ਕਰਕੇ ਸੀਟ ਦੀ ਲਿਮਿਟੇਸ਼ਨ ਕਰਕੇ ਮੈਨੂੰ ਉਹ ਚੀਜ਼ ਨਹੀਂ ਮਿਲ ਪਾਏਗੀ ਬਿਕੋਜ਼ ਆਈ ਐਮ ਗੋਇੰਗ ਟੂ ਸਪੈਂਡ ਸੋ ਮਚ ਮਨੀ ਔਨ ਦੈਟ ਇਨ ਇੰਡੀਆ ਐਜ਼ ਵੈਲ ਬਟ ਮੈਨੂੰ ਉਹ ਆਊਟਕਮ ਨਹੀਂ ਮਿਲ ਪਾਏਗਾ। ਮੇਰਾ ਡ੍ਰੀਮ ਅੱਗੇ ਜਾ ਕੇ ਮਲਟੀਨੈਸ਼ਨਲ ਕੰਪਨੀਜ਼ 'ਚ ਕੰਮ ਕਰਨ ਦਾ ਹੈ ਜਾਂ ਬਹੁਤ ਬੜੇ ਲੈਵਲ 'ਤੇ ਆਪਣਾ ਬਿਜ਼ਨਸ ਕਰਨ ਦਾ। ਸੋ ਮੈਂ ਇੱਕ ਕੁਆਲਿਟੀ ਐਜੂਕੇਸ਼ਨ ਰੈਂਕਡ ਯੂਨੀਵਰਸਿਟੀ ਤੋਂ ਮੈਨੂੰ ਇੰਟਰਨੈਸ਼ਨਲ UK ਦੇ ਵਿੱਚ ਹੈਲਪ ਮਿਲ ਰਹੀ ਹੈ ਕਿ ਮੈਂ ਕਰ ਸਕਦਾ। ਦੈਟ ਇਜ਼ ਵਾਈ ਆਈ ਅਪਲਾਈਡ। ਸੋ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਅਸੀਂ ਤੁਹਾਡੇ ਸਾਹਮਣੇ ਐਲੈਬੋਰੇਟ ਕਰਾਂਗੇ। ਇੱਕ ਸ਼ਾਰਟ ਵੀਡੀਓ ਹੈ ਇੱਕ ਜਿਹਦੇ ਵਿੱਚ ਤੁਸੀਂ ਡਿਟੇਲ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਵਾਈ ਡੂ ਯੂ ਵਾਂਟ ਟੂ ਡੂ ਅ ਬਿਜ਼ਨਸ ਪ੍ਰੋਗਰਾਮ, ਮਤਲਬ ਪ੍ਰੋਗਰਾਮ ਦੇ ਉੱਤੇ ਵੀ ਤੁਹਾਡੇ ਕੋਲੋਂ ਡਿਟੇਲ ਮੰਗੀ ਜਾਏਗੀ ਕਿ ਤੁਸੀਂ ਇਹ ਪਰਟੀਕੂਲਰ ਪ੍ਰੋਗਰਾਮ ਹੀ ਕਿਉਂ ਚੂਜ਼ ਕੀਤਾ ਹੈ। ਸੋ ਅਗਰ ਤੁਸੀਂ ਬਿਜ਼ਨਸ ਪ੍ਰੋਗਰਾਮ ਲਈ ਜਾ ਰਹੇ ਹੋ ਫॉर ਐਗਜ਼ਾਮਪਲ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੈਂ ਸਭ ਤੋਂ ਪਹਿਲਾਂ ਤਾਂ ਸੈਲਫ ਬਿਜ਼ਨਸ ਕਰਨਾ ਚਾਹੁੰਦਾ ਵਾਂ ਇਨ ਫਿਊਚਰ ਦੇ ਵਿੱਚ। ਅਦਰਵਾਈਜ਼ ਬਹੁਤ ਸਾਰੀ ਕੰਪਨੀਜ਼ ਹੈ ਜਿੱਥੇ ਮੈਂ ਜੌਬ ਕਰਨਾ ਚਾਹੁੰਦਾ ਵਾਂ। ਸੋ ਬਿਜ਼ਨਸ ਪ੍ਰੋਗਰਾਮ ਦੇ ਲਈ ਆਫਟਰ ਕੰਪਲੀਸ਼ਨ ਆਫ ਯੂਰ ਕੋਰਸ ਵਾਟ ਯੂ ਵਿਲ ਡੂ,
ਬਹੁਤ ਮੇਜਰ ਕੁਐਸਚਨ ਹੈ, ਹਰ ਕੰਟਰੀ ਦਾ ਕੁਐਸਚਨ ਆਏ। ਸੋ ਕੀ ਕਰਨਾ ਚਾਹੋਗੇ ਉਹਦੇ ਵਿੱਚ ਇਹੀ ਹੈ ਕਿ ਆਫਟਰ ਕੰਪਲੀਸ਼ਨ ਆਫ ਮਾਈ ਸਟੱਡੀ ਆਈਲ ਕਮ ਬੈਕ ਟੂ ਇੰਡੀਆ। ਤੁਸੀਂ ਬਹੁਤ ਸਾਰੇ ਨਾਮ ਲੈ ਸਕਦੇ ਹੋ ਕੰਪਨੀਜ਼ ਦੇ ਜਿੱਥੇ ਤੁਸੀਂ ਇੰਟਰਨੈਸ਼ਨਲ ਐਜੂਕੇਸ਼ਨ ਲੈਣ ਤੋਂ ਬਾਅਦ UK ਮਤਲਬ ਜਿੱਥੇ ਕਿ ਜਿਹੜੀ ਸਟੱਡੀ ਹੈ ਵਰਲਡ ਵਾਈਡ ਐਕਸੈਪਟੇਬਲ ਹੈ, ਤਾਂ ਤੁਸੀਂ ਕਿਸੇ ਵੀ MNC ਕੰਪਨੀ ਦੇ ਵਿੱਚ ਕੰਮ ਕਰ ਸਕਦੇ ਹੋ। ਬੜੇ ਕੌਨਫੀਡੈਂਟਲੀ ਤੁਸੀਂ ਨਾਮ ਲੈ ਸਕਦੇ ਹੋ ਕੰਪਨੀਜ਼ ਦਾ ਕਿ ਯੂ ਵਾਂਟ ਟੂ ਗੋ ਫॉर ਜੌਬਸ ਇਨ ਇਨਫੋਸਿਸ, TCS, ਟਾਟਾ, ਗੂਗਲ, ਬਹੁਤ ਸਾਰੇ ਇਸ ਤਰ੍ਹਾਂ ਦੀ ਕੰਪਨੀਜ਼ ਹੈਗੀ ਜਿਨ੍ਹਾਂ ਤੁਸੀਂ ਨਾਮ ਲੈ ਸਕਦੇ ਹੋ। ਕਿਉਂਕਿ ਜਦੋਂ ਐਜੂਕੇਸ਼ਨ UK ਦੀ ਹੋਏਗੀ ਤਾਂ ਆਮ ਸ਼ੋਰ ਵੱਡੀਆਂ ਕੰਪਨੀਆਂ ਦੇ ਨਾਮ ਤੁਸੀਂ ਈਜ਼ੀਲੀ ਲੈ ਸਕਦੇ ਹੋ ਕਿਉਂਕਿ ਦੇ ਵਿਲ ਹਾਇਰ ਯੂ ਇਨ ਫਿਊਚਰ ਇਫ ਯੂ ਆਰ ਕੈਪੇਬਲ। ਸੋ ਮੈਂ ਇੱਕੋ ਹੀ ਟਿਪ ਦੇਣਾ ਚਾਹੂੰਗਾ ਜਾਂਦੇ ਬਸ ਇਹ ਵੀਡੀਓ ਦਾ ਮੈਂ ਐਂਡ ਕਰ ਰਿਹਾ ਵਾਂ। ਇਹ ਸਾਰੇ ਕੁਐਸਚਨਸ ਹੈ। ਸਮਾਈਲ ਰੱਖੋ ਜੀ ਫੇਸ ਦੇ ਉੱਤੇ ਕਦੀ ਵੀ ਇੰਟਰਵਿਊ ਦੇਣੀ ਹੈ। ਔਰ ਨਾਲ ਮੇਜਰ ਇੰਪੋਰਟੈਂਟ ਚੀਜ਼, ਅਗਰ ਤੁਹਾਨੂੰ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਪਤਾ ਤੁਸੀਂ ਉਹਨੂੰ ਐਡਮਿਟ ਕਰੋ ਰਾਦਰ ਦੈਨ ਤੁਸੀਂ ਕੋਈ ਗਲਤ ਇਨਫੋਰਮੇਸ਼ਨ ਦਿਓ। ਸੋ ਇਹਨੂੰ ਚੰਗਾ ਹੈ ਕਿ ਤੁਸੀਂ ਕਹਿ ਸਕਦੇ ਹੋ ਕਿ ਰਾਈਟ ਨਾਓ ਆਈ ਡੋਂਟ ਹੈਵ ਇਨਫੋਰਮੇਸ਼ਨ ਰਿਲੇਟਡ ਟੂ ਦਿਸ ਬਟ ਇਨ ਫਿਊਚਰ ਆਈ ਵਿਲ ਡੈਫੀਨਿਟਲੀ ਪ੍ਰੋਵਾਈਡ ਇਟ। ਸੋ ਬੀ ਜੈਨੂਅਨ। ਸੋ ਇਸ ਕਰਕੇ ਤੁਹਾਨੂੰ ਹੋ ਪੂਰੇ ਸਿਸਟਮ 'ਚ ਰਹਿ ਕੇ ਤੁਹਾਨੂੰ ਬਿਲਕੁਲ ਤੁਸੀਂ ਆਪਣੀ ਇੰਟਰਵਿਊ ਕਲੀਅਰ ਕਰ ਸਕਦੇ ਹੋ। ਐਂਡ ਆਮ ਸ਼ੋਰ ਆ ਜਿਹੜੇ ਮੈਂ 25 ਪੁਆਇੰਟ ਜਿਹੜੇ ਤੁਹਾਡੇ ਸਾਹਮਣੇ ਰੱਖੇ ਆ, ਜੇ ਤੁਸੀਂ ਇਹਨੂੰ ਡਿਟੇਲ ਦੇ ਵਿੱਚ ਲਿਖ ਕੇ ਤਿਆਰੀ ਕਰੋਗੇ ਤੇ ਆਮ ਸ਼ੋਰ ਤੁਹਾਨੂੰ ਇੰਟਰਵਿਊ ਦੇ ਵਿੱਚ ਕੋਈ ਰਿਜੈਕਟ ਨਹੀਂ ਕਰ ਸਕਦਾ। ਸੋ ਮੈਂ ਅੱਗੇ ਫਿਰ ਇਨ ਫਿਊਚਰ ਵੀਡੀਓਜ਼ ਲੈ ਕੇ ਆਉਂਦਾ ਰਹੂੰਗਾ। ਜੇ ਤੁਸੀਂ ਜਾਣਾ ਚਾਹੁੰਦੇ ਹੋ ਜਨਵਰੀ ਇਨਟੇਕ ਤਾਂ ਖੁੱਲ੍ਹਾ ਹੈ, ਲੈਂਡਮਾਰਕ ਇਮੀਗ੍ਰੇਸ਼ਨ ਨੂੰ ਸੰਪਰਕ ਕਰ ਸਕਦੇ ਹੋ 9041390412 ਤੇ WhatsApp ਵੀ ਚੱਲਦਾ ਹੈ ਜੀ, ਕਾਲ ਵੀ ਚੱਲਦੀ ਹੈ, ਐਨੀ ਟਾਈਮ ਯੂ ਕੈਨ ਕੰਟੈਕਟ ਅਸ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।